सतगुरा साबिद तुम हर जानो आपे। हम रुलते फिरते कोई बात न पूछता। गुर सतगुर संग कीरे हम थापे। धन धन गुरु नानक जन केरा। जित मिले चुके सब सोग संतापे। सम्मानयोग गुरु की साजी हुई गुरु प्यारी संगत जी, सिमर फतेह प्रवान करनी जी। वाहिगुरु जी का खालसा, वाहिगुरु जी की फतेह। अज दा जो पावन हुक्मनामा साहिब है, यह गुरु अर्जन देव जी महाराज उन्हां दी मिठी रसना तो गायन किया होया है, जो कि राग जैत सरी दे विच 702 अंग ते साहिब श्री गुरु ग्रंथ साहिब जी विच दर्ज है, सुभाएमान है। गुरु अर्जन देव जी ने इस शब्द के अंदर कुछ पंछियां की उदाहरण लैके उन्हां दी प्रीत जिस तरह चातरिक दी पीहे दी वरखा न हुंदी आ, चकवे दी प्रीत सूरज न हुंदी आ, चकोर दी प्रीत चंद्रमा न हुंदी आ, मोर दी प्रीत बदलां दी गर्जन नाल हुंदी है। हू भगत दी जिहड़ी प्रीत आ वो प्रेम दे नाल नाम दे नाल हुंदी है। मच्छी दी प्रीत जिवें जल नाल हुंदी आ, इस तरह ही जिहड़ा सिख आ वो गुरु बिना नहीं रह सकता, जिस तरह मीन पानी बिना नहीं रह सकती। ये गुरु अर्जन देव जी ने अज का जिहड़ा वचन है उस दे अंदर सिख ते कुछ पंछी जिहड़े ने जल जीव जिहड़े आ उन्हां दी उदाहरण लैके ही सानू समझाया अज दे वचनां अंदर। सो आओ आपां इस दी विस्तार सहित व्याख्या सरवण करिए। जैत सरी महला पंजवा। राग है जैत सरी, महला पंजवा तो भाव पंजवें गुरु की बाणी। गुरु अर्जन देव जी का शब्द है। चात्रिक चितवत बरसत मेह। चात्रिक कहंदे आ पपीहे नूं, पंछी नूं, जिहड़ा कि हमेशा ही चितवत चाहुंदा है। बरसत में कि मीह पवे, वरखा होवे ते ओदी तेह बुझे। चात्रिक हमेशा ही बबीहा प्रियू प्रियू करे। जल निध प्रेम प्यार, हमेशा ही ओदी प्रीत जिहड़ी आ वो पानी दी बूंद जिहड़ी वरखा दीयां बूंदां ने उहदे नाल होण करके सदा ही पानी चाहुंदा है, सदा ही मीह मंगदा है, सदा ही वरखा नूं चितवदा रहिंदा है। जो पपीहा पंछी है। कृपा सिंध करना प्रभ धारो, हर प्रेम भगत को ने।
ਬਿਲਕੁਲ ਅੱਗੇ ਉਦਾਹਰਨਾਂ ਨੇ। ਅਨਕ ਸੂਖ ਚਕਵੀ ਨਹੀਂ ਚਾਹਤ, ਅਨੰਦ ਪੂਰਨ ਪੇਖ ਦੇਹ। ਜਿਸ ਤਰ੍ਹਾਂ ਚਕਵੀ ਹੁੰਦੀ ਹੈ, ਚਕਵਾ ਹੁੰਦਾ ਪੰਛੀ, ਸੂਰਜ ਨਾਲ ਇਹਦੀ ਪ੍ਰੀਤ ਹੁੰਦੀ ਆ। ਇਹਨੂੰ ਹੋਰ ਕੋਈ ਵੀ ਚੀਜ਼ ਨਹੀਂ ਚਾਹੀਦੀ ਸੂਰਜ ਤੋਂ ਬਿਨਾਂ। ਆਨ ਪਾਵਨ ਜੀਵਤ ਮੀਨਾ, ਬਿਨ ਜਲ ਮਰਨਾ ਤੇ। ਮੱਛੀ ਨੂੰ ਕਿਸੇ ਹੋਰ ਤਰੀਕੇ ਨਾਲ ਪਾਣੀ ਤੋਂ ਬਿਨਾਂ ਜਿਉਂਦਾ ਨਹੀਂ ਰੱਖਿਆ ਜਾ ਸਕਦਾ। ਪਾਣੀ ਦੇ ਨਾਲ ਹੀ ਉਹਦੀ ਜ਼ਿੰਦਗੀ ਆ, ਪਾਣੀ ਤੋਂ ਬਿਨਾਂ ਉਹ ਮਰ ਜਾਵੇਗੀ। ਹੂਬਹੂ ਗੁਰੂ ਦਾ ਸਿੱਖ ਇੰਨਾ ਪ੍ਰੇਮ ਕਰਦਾ ਹੈ ਬਾਣੀ ਦੇ ਨਾਲ, ਜਿੰਨਾ ਬਬੀਹੇ ਦਾ ਵਰਖਾ ਨਾਲ, ਮੱਛੀ ਦਾ ਪਾਣੀ ਨਾਲ, ਜਿਸ ਤਰ੍ਹਾਂ ਚਕਵੀ ਦਾ ਸੂਰਜ ਨਾਲ, ਮੋਰ ਦਾ ਬੱਦਲਾਂ ਦੀ ਗਰਜਨ ਦੇ ਨਾਲ ਪ੍ਰੇਮ ਹੁੰਦਾ ਹੈ। ਕਿਰਪਾ ਸਿੰਧ ਕਰਨਾ ਪ੍ਰਭ ਧਾਰੋ, ਹਰ ਪ੍ਰੇਮ ਭਗਤ ਕੋ ਨੇ। ਹੇ ਵਾਹਿਗੁਰੂ, ਮੇਰੇ ਤੇ ਆਪਣੀ ਕਿਰਪਾ ਕਰ, ਮੈਂ ਵੀ ਇੱਦਾਂ ਪ੍ਰੇਮ ਧਾਰਾਂ ਜਿੱਦਾਂ ਇਹ ਪੰਛੀ ਆਪਣੇ ਆਪਣੀ ਪ੍ਰੀਤ ਦੇ ਦੁਆਰਾ ਪਿਆਰ ਕਰਦੇ ਆ। ਮੇਰਾ ਸਨੇਹ ਵੀ ਤੇਰੇ ਨਾਲ ਇਵੇਂ ਬਣੇ, ਤੇਰੀ ਭਗਤੀ ਨਾਲ ਇਹ ਬਣੇ, ਇਹ ਸ਼ੌਂਕ ਮੈਨੂੰ ਦੇ। ਬਹੁਤ ਤਰ੍ਹਾਂ ਦੇ ਸ਼ੌਂਕ ਹੁੰਦੇ ਆ ਹਰ ਬੰਦੇ ਦਾ। ਕੋਈ ਮਹਿੰਗੀਆਂ ਚੀਜ਼ਾਂ ਖਰੀਦਣ ਦੇ ਸ਼ੌਕੀਨ ਆ, ਕੋਈ ਮਹਿੰਗੀਆਂ ਗੱਡੀਆਂ ਦੇ ਸ਼ੌਕੀਨ ਨੇ, ਬਹੁਤ ਤਰ੍ਹਾਂ ਦੇ ਲੋਕ ਆ। ਕੋਈ ਬ੍ਰੈਂਡਡ ਕੱਪੜੇ ਪਾਉਣ ਦੇ ਸ਼ੌਕੀਨ ਨੇ, ਕਈ ਸੋਹਣੇ ਮਕਾਨ ਜਿਹੜੇ ਆ ਬਣਾ ਕੇ ਉਹਦੇ ਸ਼ੌਕੀਨ ਆ, ਉਹਨਾਂ ਦਾ ਸ਼ੌਂਕ ਆ ਇਸ ਤਰ੍ਹਾਂ ਉਹਦੇ ਵਿੱਚ ਵਸਣ ਦਾ। ਪਰ ਜਿਹੜਾ ਸਿੱਖ ਆ ਗੁਰੂ ਦਾ, ਉਹ ਗੁਰੂ ਅੱਗੇ ਬੇਨਤੀਆਂ ਕਰੇਗਾ ਕਿ ਗੁਰੂ ਸਾਹਿਬ ਮੈਨੂੰ ਉਹ ਸ਼ੌਂਕ ਦੇ, ਆਪਣੀ ਬੰਦਗੀ ਵਾਲਾ ਚਾਉ ਦੇ ਮੈਨੂੰ, ਉਹ ਜਿਹਦੇ ਨਾਲ ਮੈਂ ਤੇਰੀ ਸੰਗਤ ਕਰਾਂ। ਉਹ ਚਾਉ ਬਖਸ਼ ਮੈਨੂੰ ਜਿਹਦੇ ਨਾਲ ਮੈਂ ਤੇਰੇ ਦਰ 'ਤੇ ਆ ਕੇ ਕੁਝ ਸਿੱਖਾਂ ਤੇ ਉਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਾਂ। ਹਮ ਅਨਾਥ ਨਾਥ ਹਰ ਸਰਣੀ, ਆਪਣੀ ਕਿਰਪਾ ਕਰੇ। ਹੇ ਵਾਹਿਗੁਰੂ ਜੀ, ਅਸੀਂ ਤਾਂ ਅਨਾਥ ਹਾਂ, ਬੇਸਹਾਰੇ ਹਾਂ, ਬੇਆਸਰੇ ਹਾਂ। ਤੁਸੀਂ ਨਾਥ ਹੋ ਤੇ ਅਸੀਂ ਤੁਹਾਡੀ ਸ਼ਰਨੀ ਪਏ ਹਾਂ। ਹੁਣ ਤੁਸੀਂ ਆਪਣੀ ਕਿਰਪਾ ਕਰੋ, ਸਾਨੂੰ ਬੇਆਸਰਿਆਂ ਨੂੰ, ਸਾਨੂੰ ਨਿਆਸਰਿਆਂ ਨੂੰ ਆਸਰਾ ਦੇਵੋ, ਨਿਮਾਣਿਆਂ ਨੂੰ ਮਾਣ ਦੇਵੋ। ਕਿਰਪਾ ਕਰੋ ਜੀ। ਚਰਨ ਕਮਲ ਨਾਨਕ ਆਰਾਧੈ, ਤਿਸ ਬਿਨ ਆਦ ਨ ਕੇਹਿ। ਮੈਂ ਤੁਹਾਡੇ ਚਰਨਾਂ ਕਮਲਾਂ ਨੂੰ ਆਰਾਧਨਾ ਕਰਦਾ, ਇਸ ਤੋਂ ਬਿਨਾਂ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਚਾਤ੍ਰਿਕ ਚਿਤਵਤ ਬਰਸਤ ਮੇ। ਇਸ ਤਰ੍ਹਾਂ ਛੋਟੇ ਛੋਟੇ ਜਿਹੜੇ ਬੋਟ ਆ, ਉਹਨਾਂ ਦੀ ਉਦਾਹਰਨ ਗੁਰੂ ਅਰਜਨ ਦੇਵ ਜੀ ਨੇ ਲੈ ਲਈ ਆ। ਪਪੀਹਾ ਪੰਛੀ ਹੁੰਦਾ, ਵੈਸੇ ਮੰਨਿਆ ਜਾਂਦਾ ਇਹ ਪਾਣੀ ਨਹੀਂ ਪੀਂਦਾ, ਟੋਭਿਆਂ ਵਾਲਾ। ਇਹ ਸਿਰਫ ਪਾਣੀ ਪੀਂਦਾ ਤੇ ਵਰਖਾ ਵਾਲਾ। ਕਿਹਦੇ ਸਿਰ ਦੇ ਵਿੱਚ ਇੱਕ ਸੁਰਾਖ ਆ, ਉਹ ਬੂੰਦ ਜਿਹੜੀ ਆ, ਫਿਰ ਮੀਂਹ ਦੀ ਜਿਹੜੀ ਬੂੰਦ ਆ ਉਹਦੇ ਸਿਰ 'ਚ ਡਿੱਗਦੀ ਆ, ਫਿਰ ਇਹਦੀ ਤ੍ਰੇਹ ਬੁਝਦੀ ਆ। ਸਦਾ ਹੀ ਇਹ ਪਾਣੀ ਮੰਗਦਾ। ਚਕਵੀ ਜਿਹੜੀ ਆ, ਜਾਂ ਚਕਵਾ ਜਿਹੜਾ ਪੰਛੀ ਆ, ਉਹਦੀ ਸੂਰਜ ਨਾਲ ਪ੍ਰੀਤ ਆ। ਉਹ ਸਦਾ ਹੀ ਚਾਹੁੰਦਾ ਕਿ ਸੂਰਜ ਮੇਰੀਆਂ ਅੱਖਾਂ ਦੇ ਸਾਹਮਣੇ ਰਵੇ। ਇਸ ਤਰ੍ਹਾਂ ਉਹਦੀ ਇਹਦੇ ਨਾਲ ਪ੍ਰੀਤ ਆ। ਚਕੋਰ ਪੰਛੀ ਆ, ਉਹਦੀ ਪ੍ਰੀਤ ਚੰਦਰਮਾ ਦੇ ਨਾਲ, ਚੰਦ ਦੇ ਨਾਲ ਆ। ਉਹ ਸਦਾ ਹੀ ਚਾਹੁੰਦਾ ਮੇਰੀਆਂ ਅੱਖਾਂ ਤੋਂ ਦੂਰ ਨਾ ਹੋਵੇ। ਸੋ ਜਿਸ ਦੀ ਜਿਸ ਨਾਲ ਪ੍ਰੀਤ ਹੈ, ਉਹਦੇ ਬਿਨਾਂ ਮਰਦਾ ਹੈ। ਆਨ ਉਪਾਵ ਨ ਜੀਵਤ ਮੀਨਾ, ਬਿਨ ਜਲ ਮਰਨਾ ਤੇ। ਮੱਛੀ ਜਿਹੜੀ ਆ ਪਾਣੀ ਤੋਂ ਬਿਨਾਂ ਮਰਦੀ ਆ, ਉਹਨੂੰ
ਉਹਨੂੰ ਬਾਹਰ ਕੱਢ ਲਓਗੇ, ਉਹ ਮਰ ਜਾਵੇਗੀ, ਲੰਮਾ ਸਮਾਂ ਜੇ ਰਹੇਗੀ। ਇਸ ਤਰ੍ਹਾਂ ਉਹਦਾ ਜੀਵਨ ਹੀ ਪਾਣੀ ਆ। ਬਿਲਕੁਲ ਗੁਰੂ ਅਰਜਨ ਦੇਵ ਜੀ ਕਹਿੰਦੇ, ਜੇਕਰ ਇਹਨਾਂ ਪੰਛੀਆਂ ਦੇ ਵਾਂਗ ਬੰਦੇ ਦੀ ਪ੍ਰੀਤ ਬਣ ਜਾਵੇ ਹਰੀ ਦੇ ਨਾਮ ਦੇ ਨਾਲ, ਤਾਂ ਸਮਝ ਲਓ ਉਹਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਗਿਆ। ਐਸੀ ਪ੍ਰੀਤ ਕਰੋ ਮਨ ਮੇਰੇ, आठ पहर प्रभ जानो नेरे। हम अनाथ नाथ हर सरणी, अपनी कृपा करे अनक सूख चक भी नहीं चाहत, आनंद पूर्ण पेख दे। कृपा सिंध करना प्रभ धारो, हर प्रेम भगत को ने। हे वाहिगुरु मेरे ते इस तरह कृपा कर, मैनू अपनी बंदगी का शौक दे। जिमें पपीहा पानी नूं देख के, मींह नूं वेख के खुश हुंदा, जिमें चकोर चंद नूं देख के खुश हुंदा है, जिमें चकवी सूरज नूं वेख के खुश हुंदा। ये चकवा पंछी मच्छी पानी विच रह के खूब आनंद माणदी आ। मोर जड़े आ बदलों की गर्जन सुन के पहलां पाउंदे आ, नचदे आ, खिड़दे आ। बिल्कुल इदां दी एक मैनू प्रीत ते अपना शौक दे। शौक जिहड़ा है बंदगी वाला, ਉਹਦੇ ਨਾਲ मेरा उधार होवेगा। ਇਹ अजे मैनू शौक नहीं है। खाण ਦਾ ਬੰਦੇ ਨੂੰ शौक हो सकता कि ਜਿਹੜੀ सब्जी अज खाधी ਆਪਾਂ शाम नहीं खानी। इस तरह पहनण ਦਾ शौक हो सकता, नवे कपड़े प्रैस करके पाने आ, ये भी शौक है एक तरह का। ਵੱਖ-ਵੱਖ तरह के शौक आ, पर हजे वो शौक नहीं बनया। ये मैनू एक शौक दे, अपने नाम दे विचों एक किणका ही दे, भावें किनका एक जिस जीव सावे, ताकि महिमा गणी ना आवे। ऐसा मेरा जीवन होवे। सो गुरु नानक साहिब जी जिहड़े हन, जदों राए भोए दी तलवंडी वापस आए आ एमनाबाद तो, भाई लालो जी नूं मिलण तो बाद, उस तो बाद राय बलार जी नूं मिले ने। राय बलार जी फिर महाराज नूं कहन लगे एक दिन, कहंदे सतगुरु जी देखो चमड़ी किन्नी ढल चुकी है मेरी। उन्होंने अपने हथ दे नाल अपनी चमड़ी जिहड़ी सी बांह दी, उस नूं फिर इस तरह हत्थां विच लै के ढली हुई चमड़ी नूं बाबे नूं दिखाया। कहण लगे पातशाह जी देखो ये शरीर किस तरह जर्जरे हो जाते हैं, बुढ़े हो जाते हैं, बूढ़े हो जाते हैं। कबीर बेड़ा जर्जरा, फूटे छेक हजार। किवें इन्हां विच छेक हो जाते हैं। शरीर उही है जिहड़ा बचपन दे विच मिलिया सी। कदे इन्नी निक्की जंगी है थल डूंगर पग ओम, कदे इन्हां छोटियां लत्तां नाल भज्जिया करदे सी, खेडिया करदे सी। अज कोल पिया गलास 100 किलोमीटर दूर लगदा। अज फरीदै कूजड़ा सै कोहां थी ओम। अज कोल पिया गलास नहीं चुक्या जांदा। शरीर उही आ, पर अज चमड़ी ढल चुकी आ, सब कुछ बदल गया। तो बाबे नूं इस तरह जिहड़ी ढली हुई चमड़ी आ, राय बलार जी दिखा रहे आ कि गुरु साहब जी ये होया, हुण मैं बहुत बजुर्ग हो गया, हुण मेरी उम्र बहुत हो चुकी है। अगों फिर गुरु नानक साहिब जी कहण लगे राय बलार नूं कि तुसीं शरीर नहीं हो, तुसीं शरीर नहीं हो, तुसीं ना कदे बुढ़े हुंदे हो। तुहाडा जिहड़ा सच दा स्वरूप है आत्मा। इस करके ये जिहड़े जिस्म ने ये मर जाते आ, पर आत्मा नहीं मरदी। तुसीं ना जवान हुंदे हो, तुसीं ना बुढ़े हुंदे हो, तुसीं ना मरदे हो, ना ही तुसीं पुराने हुंदे हो। तो फिर उन्होंने उन्होंने स्वरूप की जिहड़ी उसका ज्ञान बाबे ने करवाया कि राय बलार जी इस तरह कदे भी नहीं हुंदा। ये तो शरीर जिहड़ा मिलिया वो बुढ़ा हो रहा, तुसीं नहीं।
ਇਸ ਤਰ੍ਹਾਂ ਸਾਰੀਆਂ ਗੱਲਾਂ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਈਆਂ ਨੇ। ਫਿਰ ਉਹ ਸਮਝ ਪਈਆਂ ਨੇ ਸਾਰੀਆਂ ਗੱਲਾਂ ਰਾਏ ਬਲਾਰ ਜੀ ਨੂੰ ਕਿ ਮੈਂ ਵਾਕਈ ਸਰੀਰ ਨਹੀਂ ਹਾਂ, ਸਰੀਰ ਮੈਂ ਨਹੀਂ ਹਾਂ, ਅਸਲ 'ਚ ਮੇਰਾ ਸਰੂਪ ਆਤਮਾ ਹੈ। ਸਰੀਰ ਤਾਂ ਉਹ ਮਿਲਿਆ ਹੋਇਆ ਚੋਲਾ ਜਿਹੜਾ ਇੱਕ ਦਿਨ ਜਦੋਂ ਪੁਰਾਣਾ ਹੁੰਦਾ ਤੇ ਦੇਹ ਨੂੰ ਜਿਹੜੀ ਆ ਆਤਮਾ ਜਿਹੜੀ ਦੇਹ ਨੂੰ ਛੱਡ ਜਾਂਦੀ ਆ। ਫਿਰ ਉਹਨਾਂ ਨੂੰ ਸੱਚ ਦੇ ਸਰੂਪ ਦੀ ਸਮਝ ਆਈ ਆ ਕਿ ਵਾਕਈ ਹੀ ਜੋ ਸੱਚ ਹੈ ਉਹ ਕਦੇ ਵੀ ਮਰਦਾ ਨਹੀਂ। ਜਿਸਮ ਮਰਦੇ ਆ, ਸਰੀਰ ਮਰਦੇ ਆ, ਆਤਮਾ ਅਮਰ ਹੈ। ਇਹ ਗੱਲ ਦਾ ਬੋਧ ਬਾਬੇ ਨੇ ਫਿਰ ਉੱਥੇ ਰਾਏ ਬਲਾਰ ਜੀ ਨੂੰ ਕਰਵਾਇਆ ਤੇ ਘਰੇ ਆ ਗਏ। ਆਪਣੇ ਘਰੇ ਜਦੋਂ ਪਰਤੇ ਨੇ ਤੇ ਉਸ ਵਕਤ ਮਾਤਾ ਤ੍ਰਿਪਤਾ ਜੀ ਨੂੰ ਬੜਾ ਚਾਅ ਚੜ੍ਹਿਆ ਹੈ। ਬਹੁਤ ਅਰਸਿਆਂ ਬਾਅਦ ਮਿਲਣ ਹੋਇਆ। ਉਹਨਾਂ ਪ੍ਰਸ਼ਾਦਾ ਬਣਾਇਆ, ਦੁੱਧ ਗਰਮ ਕੀਤਾ, ਗੁਰੂ ਨਾਨਕ ਜੀ ਨੂੰ ਛਕਾਇਆ ਤੇ ਕਹਿਣ ਲੱਗੇ, ਪੁੱਤਰ ਜੋ ਤੂੰ ਚਾਹੁੰਦਾ ਹੈ ਉਹ ਕਰ ਲਾ। ਇਹ ਤੂੰ ਕੋਈ ਕੰਮ ਨਹੀਂ ਕਰਨਾ ਤੇ ਨਾ ਕਰ, ਪਰ ਸਾਨੂੰ ਛੱਡ ਕੇ ਨਾ ਜਾ। ਤੂੰ ਸਾਡਾ ਇੱਕ ਲੌਤਾ ਪੁੱਤਰ ਤੇ ਮੈਂ ਨਹੀਂ ਚਾਹੁੰਦੀ ਤੂੰ ਮੇਰੀਆਂ ਅੱਖਾਂ ਤੋਂ ਦੂਰ ਹੋਵੇਂ। ਚਾਹੇ ਫਕੀਰੀ ਵਾਲਾ ਬੇਸ ਧਾਰਨ ਕਰਨਾ ਕਰ ਲਾ, ਤੇਰੀ ਮਰਜ਼ੀ, ਪਰ ਛੱਡ ਕੇ ਨਾ ਜਾ ਸਾਨੂੰ। ਇਸ ਤਰ੍ਹਾਂ ਆਖਿਆ। ਗੁਰੂ ਨਾਨਕ ਸਾਹਿਬ ਜੀ ਨੇ ਪ੍ਰਸ਼ਾਦਾ ਛਕਿਆ। ਇੰਨੇ ਨੂੰ ਫਿਰ ਮਹਿਤਾ ਕਾਲੂ ਜੀ ਆ ਜਾਂਦੇ। ਉੱਥੇ ਆ ਕੇ ਕਹਿਣ ਲੱਗੇ, ਤੇ ਨਾਨਕ ਤੂੰ ਚੰਗੀ ਨਹੀਂ ਕੀਤੀ। ਉਹਨਾਂ ਨੇ ਸਿੱਧਾ ਹੀ ਆਖਿਆ। ਜਦੋਂ ਘਰੇ ਆਏ ਮਾਤਾ ਜੀ ਤਾਂ ਸਮਝਾਉਂਦੇ ਸੀ ਪਿਆਰ ਨਾਲ, ਇਹਨਾਂ ਨੇ ਖੂਬ ਝਿੜਕਿਆ। ਕਹਿੰਦੇ ਸਾਰੇ ਲੋਕ ਮੈਨੂੰ ਕਹਿੰਦੇ ਆ ਕਿ ਤੁਹਾਡੀ ਕੁੱਲ ਜਿਹੜੀ ਆ ਬੇਦੀ ਕੁੱਲ ਸੀ, ਉਹਦੀ ਲਾਜ ਛੱਡਤੀ ਤੇਰੇ ਪੁੱਤਰ ਨੇ। ਕੋਈ ਕੰਮ ਧੰਦਾ ਨਹੀਂ ਆਉਂਦਾ ਹੋਣਾ ਤਾਂ ਫਕੀਰ ਬਣ ਗਿਆ। ਕਹਿੰਦੇ ਤੂੰ ਉੱਥੇ ਮੋਦੀ ਖਾਨੇ ਦੀ ਕਾਰ ਛੱਡ ਕੇ ਵੀ ਚੰਗਾ ਨਹੀਂ ਕੀਤਾ। ਜਦੋਂ ਦਾ ਤੇਰਾ ਜਨਮ ਹੋਇਆ ਤੂੰ ਸਾਨੂੰ ਦੁੱਖ ਹੀ ਦਿੱਤੇ ਆ, ਕੋਈ ਵੀ ਸਾਨੂੰ ਸੁੱਖ ਨਹੀਂ ਦਿੱਤਾ। ਇੱਦਾਂ ਫਿਰ ਪਿਤਾ ਜੀ ਨੂੰ ਨਜ਼ਰ ਆਉਂਦਾ। ਕਹਿੰਦੇ ਪੈਸੇ ਵੀ ਜਿਹੜੇ ਤੂੰ ਜੋੜੇ ਸੀ ਉੱਥੇ 760 ਰੁਪਈਏ ਤੇਰੇ, ਉਹ ਵੀ ਸੁਣੇ, ਅੱਧੇ ਤਾਂ ਉਹ ਲੈ ਗਏ। ਮਾਤਾ ਸਲੱਖਣੀ ਦੇ ਪਿਤਾ ਜੀ ਆ ਗਏ, ਅੱਧੇ ਤੂੰ ਫਕੀਰਾਂ 'ਚ ਵੰਡ ਆਇਆ, ਕੁਝ ਵੀ ਨਹੀਂ ਤੂੰ ਜੋੜਿਆ, ਸਭ ਗਵਾਇਆ ਹੀ ਗਵਾਇਆ ਹੈ, ਕੁਝ ਵੀ ਨਹੀਂ ਤੂੰ ਪਾਇਆ। ਤੂੰ ਇੱਦਾਂ ਕਿਉਂ ਕਰਦਾ? ਤੂੰ ਸਾਨੂੰ ਦੁੱਖ ਦੇਣ ਲਈ ਹੀ ਪੈਦਾ ਹੋਇਆ, ਮੈਨੂੰ ਇਉਂ ਲੱਗਦਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਪ੍ਰਸ਼ਾਦਾ ਛਕਦੇ ਆ। ਮਾਤਾ ਤ੍ਰਿਪਤਾ ਜੀ ਤਾਂ ਪਿਆਰ ਨਾਲ ਸਮਝਾਉਂਦੇ ਨੇ, ਪਰ ਜਿਹੜੇ ਪਿਤਾ ਜੀ ਉਹ ਫਿਰ ਝਿੜਕਦੇ ਆ। ਉਹਨਾਂ ਦੇ ਮਨ 'ਚ ਗੁੱਸਾ ਵਾ, ਪਰ ਬਾਬੇ ਨੇ ਉਸ ਦਿਨ ਕੁਝ ਨਹੀਂ ਬੋਲਿਆ ਆਪਣੇ ਪਿਤਾ ਜੀ ਅੱਗੇ। ਕਾਹੇ ਪੂਰ ਚਗਰਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ 300 ਝਗਰਤ ਪਾਪ। ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ। ਗੁਰੂ ਨਾਨਕ ਸਾਹਿਬ ਜੀ ਆਪਣੇ ਪਿਤਾ ਜੀ ਦੇ ਅੱਗੇ ਨਹੀਂ ਬੋਲੇ, ਕੁਝ ਵੀ ਨਹੀਂ ਬੋਲੇ, ਬਸ ਸ਼ਾਂਤ ਰਹੇ ਆ। ਕੁਝ ਵੀ ਇੱਕ ਵੀ ਮੁਖਾਰ ਬਿੰਦ ਤੋਂ ਉਹਨਾਂ ਨੇ ਸ਼ਬਦ ਨਹੀਂ ਬੋਲਿਆ ਕਿ ਪਿਤਾ ਜੀ ਇਉਂ ਆਖ ਰਹੇ ਹੋ। ਇੰਨਾ ਜ਼ਰੂਰ ਕਿਹਾ, ਮਨ ਹਾਲੀ ਕਿਰਸਾਣੀ ਕਰਨੀ, ਮੈਂ ਖੇਤੀ ਵੀ ਕਰਦਾ, ਹਾਣ ਹੱਟ ਕਰ ਆਰਜਾ, ਸੱਚ ਨਾਮ ਕਰ ਵੱਥ। ਇਸ ਤਰ੍ਹਾਂ ਮੇਰੀ ਹੱਟੀ ਵੀ ਪਾਈ ਹੋਈ ਆ, ਮੈਂ ਹਜੇ ਵੀ ਵਪਾਰ ਕਰਦਾ। ਹੁਣ ਮੈਂ ਨਾਮ ਦਾ ਵਪਾਰ ਕਰਦਾ, ਪਹਿਲਾਂ ਮੈਂ ਮੋਦੀ ਖਾਨੇ ਨੌਕਰੀ ਕਰਦਾ ਸੀ। ਇਸ ਤਰ੍ਹਾਂ ਪਹਿਲਾਂ ਮੈਂ ਗਾਵਾਂ ਮੱਝਾਂ ਚਰਾਉਂਦਾ ਸੀ, ਹੁਣ ਮੈਂ ਆਪਣੇ ਮਨ ਨੂੰ ਜਿਹੜਾ ਇੱਧਰ ਉੱਧਰ ਪਾਸੇ ਫਿਰਦਾ, ਹੋਰ ਚੀਜ਼ਾਂ ਨੂੰ ਚਰਨਾ ਚਾਹੁੰਦਾ ਹੈ, ਉਹਨੂੰ ਮੈਂ ਹਟਾਉਣਾ। ਘਾਹ ਫੂਸ ਜਿਹੜਾ ਹੈ, ਤੇ ਜਿਵੇਂ ਕਿ ਮਨ ਨੂੰ ਸ਼ੌਂਕ ਹੁੰਦਾ ਗਲਤ ਚੀਜ਼ਾਂ ਵੱਲ ਜਾਣ ਦਾ, ਉੱਧਰੋਂ ਰੋਕਦਾ ਮੈਂ। ਹੁਣ ਵੀ ਮੈਂ ਪਿਤਾ ਜੀ ਖੇਤੀ ਕਰਦਾ, ਹੁਣ ਵੀ ਮੇਰੀ ਹੱਟੀ ਪਾਈ ਆ। ਪਿਤਾ ਜੀ ਇਹ ਚੀਜ਼ਾਂ ਨਹੀਂ ਸਮਝ ਪਾਏ, ਉਹਨਾਂ ਨੂੰ ਲੱਗਾ ਇਹਨੇ ਗਵਾਇਆ ਹੀ ਆ। ਉਹ ਇਹੀ ਕਹਿੰਦੇ ਰਹੇ, ਤੂੰ ਕੁੱਲ ਦੀ ਲਾਜ ਗਵਾਤੀ ਆ, ਤੂੰ ਇਸ ਤਰ੍ਹਾਂ ਕੀਤਾ, ਤੂੰ ਸਭ ਕੁਝ ਗਵਾਇਆ। ਮੋਦੀ ਖਾਨੇ ਦੀ ਨੌਕਰੀ ਬਹੁਤ ਚੰਗੀ ਸੀ, ਉਹਦੇ ਨਾਲ ਆਪਣਾ ਬਹੁਤ ਕੁਝ ਜੁੜ ਜਾਣਾ ਸੀ, ਪਰ ਤੂੰ ਸਭ ਕੁਝ ਛੱਡ ਕੇ ਫਕੀਰ ਹੋ ਗਿਆ, ਜਿਹੜਾ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਾ। ਅਸਲ 'ਚ ਉਹ ਲੋਕ ਫਕੀਰ ਹੁੰਦੇ ਆ ਜਿਨ੍ਹਾਂ ਨੂੰ ਕੰਮ ਧੰਦਾ ਨਹੀਂ ਆਉਂਦਾ। ਮੈਨੂੰ ਇਉਂ ਲੱਗਦਾ ਤੈਨੂੰ ਮੱਝਾਂ ਚਰਾਉਣੀਆਂ ਤੈਨੂੰ ਨਹੀਂ ਆਈਆਂ, ਪੜ੍ਹਨਾ ਲਿਖਣਾ ਤੈਨੂੰ ਨਹੀਂ ਆਇਆ। ਇਸ ਤਰ੍ਹਾਂ ਉੱਥੇ ਵੀ ਤੈਨੂੰ ਸੁਣਿਆ, ਸਹੀ ਤਰ੍ਹਾਂ ਨਹੀਂ ਤੂੰ ਕਾਰ ਕੀਤੀ। ਤੂੰ ਇਸ ਤਰ੍ਹਾਂ ਤੇਰਾ ਕੁਝ ਕਹਿੰਦਾ ਰਿਹਾ, ਇਹ ਮੈਨੂੰ ਬਾਲੇ ਨੇ ਆ ਕੇ ਦੱਸਿਆ।
ਤਾਂ ਤੂੰ ਡਰਦਾ ਮਾਰਾ ਇਹ ਫਕੀਰ ਹੋ ਗਿਆ। ਹੋਰ ਕੋਈ ਗੱਲ ਨਹੀਂ, ਇਹ ਹੁਣ ਲਾ ਦੇ ਬਾਣਾ, ਹੁਣ ਤੂੰ ਸਹੀ ਤਰੀਕੇ ਨਾਲ ਇੱਥੇ ਘਰ ਵਿੱਚ ਰਹਿ, ਇਕਲੌਤਾ ਸਾਡਾ ਪੁੱਤਰ ਆ। ਇਸ ਤਰ੍ਹਾਂ ਝਿੜਕਾਂ ਦੇ ਪਿੱਛੇ ਛੁਪਿਆ ਹੋਇਆ ਪਿਆਰ, ਉਹਨਾਂ ਨੂੰ ਪ੍ਰਸ਼ਾਦਾ ਛਕਦਿਆਂ ਨੂੰ ਸਾਰਾ ਕੁਝ ਸੁਣਾ ਦਿੱਤਾ। ਬਾਬੇ ਨੇ ਉਸ ਦਿਨ ਕੁਝ ਵੀ ਨਹੀਂ ਬੋਲਿਆ, ਬਸ ਉਹਨਾਂ ਦੇ ਨਾ ਬੋਲਣ 'ਚ ਹੀ ਸਾਰਾ ਕੁਝ ਰਾਜ ਸੀ। ਕਹਿਣਾ ਇਹ ਚਾਹੁੰਦੇ ਸੀ, ਕਬੀਰ ਝੰਖ ਨਾ ਝਾਂਕੀਐ, ਤੁਮਰੋ ਕਹਿਓ ਨਾ ਹੋਏ, ਕਰਮ ਕਰੀਮ ਜੋ ਕਰ ਰਹੇ, ਸੋ ਮੇਟ ਨਾ ਸਾਕੈ ਕੋਏ। ਬੰਦੇ ਦੇ ਬੋਲਣ ਨਾਲ ਕੀ ਹੋ ਜਾਂਦਾ? ਭਗਤ ਕਬੀਰ ਜੀ ਕਹਿੰਦੇ, ਬੰਦਾ ਕਈ ਵਾਰ ਕਿਸੇ ਨੂੰ ਕਹਿ ਦਿੰਦਾ ਤੂੰ ਮਰ ਜਾਵੇਂ, ਗੁੱਸੇ ਜਾ ਕੇ ਬੰਦਾ ਬਦਦੁਆ ਦੇ ਦਿੰਦਾ। ਕਈ ਵਾਰ ਬਹੁਤ ਕੁਝ ਬੰਦਾ ਬੋਲਦਾ, ਅਵਾ ਤਵਾ ਬੋਲਦਾ, ਬੜਾ ਕੁਝ ਬੋਲ ਸਕਦਾ, ਬੋਲ ਦਿੰਦਾ, ਇਹ ਮੈਂ ਕੀਤਾ, ਉਹ ਮੈਂ ਕੀਤਾ, ਜੇ ਮੈਂ ਨਾ ਹੁੰਦਾ, ਮੇਰਾ ਪਰਿਵਾਰ ਨਾ ਹੁੰਦਾ, ਮੈਂ ਨਾ ਹੁੰਦਾ, ਮੇਰਾ ਘਰ ਨਾ ਚੱਲਦਾ। ਕਈ ਕਹਿੰਦੇ ਜੇ ਮੈਂ ਨਾ ਹੁੰਦਾ ਤੇ ਦੁਨੀਆ ਨਹੀਂ ਸੀ ਚੱਲਣੀ। ਇਸ ਤਰ੍ਹਾਂ ਦੀ ਵੀ ਲੋਕ ਹੈਗੇ ਆ। ਤਾਂ ਫਿਰ ਜਦੋਂ ਮਰ ਜਾਂਦੇ ਆ ਤੇ ਸਭ ਕੁਝ ਚੱਲਦਾ ਉਹਨਾਂ ਦੇ ਬਾਅਦ 'ਚੋਂ, ਪਰਿਵਾਰ ਵੀ ਚੱਲਦੇ ਆ, ਸਗੋਂ ਵਧੀਆ ਤਰੀਕੇ ਨਾਲ ਚੱਲਦੇ ਆ। ਤਾਂ ਉਹਨਾਂ ਲਈ ਆਏ ਕਬੀਰ ਝੰਖ ਨਾ ਝਾਂਕੀ ਹੈ, ਵੀ ਕਹਿਣ ਨਾ ਕੀ ਹੋ ਜਾਂਦਾ, ਚੱਖ ਮਾਰ ਨਹੀਂ, ਤੁਮਰੋ ਕਹਿਓ ਨਾ ਹੋਏ। ਬੰਦੇ ਦੇ ਕਿਹਾ ਕਦੇ ਕੁਝ ਹੋਇਆ ਹੈ? ਕਰਮ ਕਰੀਮ ਜੋ ਕਰ ਰਹੇ, ਸੋ ਮੇਟ ਨਾ ਸਾਕੈ ਕੋਏ। ਤਾਂ ਮਹਾਰਾਜ ਨਹੀਂ ਬੋਲੇ ਵੀ ਹੋਣਾ ਤਾਂ ਉਹ ਆ, ਉਹਦੀ ਮਰਜ਼ੀ ਆ। ਕਰਮ ਕਰੀਮ ਜੋ ਕਰ ਰਹੇ, ਕਰਨਾ ਉਹਨੇ ਉਹ ਆ ਜੋ ਉਹਦੀ ਮਰਜ਼ੀ ਆ। ਵੀ ਇੱਥੇ ਮੈਂ ਪਿਤਾ ਜੀ ਅੱਗੇ ਬੋਲਾਂ, ਹੁਣ ਇਹਨਾਂ ਨੂੰ ਸਮਝਾਵਾਂ ਕਿ ਮੈਂ ਨਹੀਂ ਘਰ ਵਿੱਚ ਰਹਿ ਸਕਦਾ, ਹੁਣ ਬਾਹਰ ਜਾਣਾ ਚਾਹੁੰਦਾ ਤੇ ਕਲੇਸ਼ ਪੈਦਾ ਹੋਵੇਗਾ। ਇੱਕ ਇਹਨਾਂ ਨੇ ਮੈਨੂੰ ਇੱਥੇ ਆਉਣ ਦਾ ਰਾਹ ਬਣਿਆ, ਪਿਤਾ ਤੇ ਮਾਤਾ ਜੀ, ਇਹਨਾਂ ਦੇ ਸੰਜੋਗ ਦੁਆਰਾ ਹੀ ਮੈਂ ਆਇਆ ਹਾਂ। ਫਿਰ ਉਹਨਾਂ ਨੂੰ ਮਹਾਰਾਜ ਕੁਝ ਨਹੀਂ ਬੋਲੇ। ਫਿਰ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਹੁਣ ਤੁਸੀਂ ਬਸ ਕਰੋ, ਇਸ ਤਰ੍ਹਾਂ ਵੀ ਇਹਨਾਂ ਨੂੰ ਵਾਰ-ਵਾਰ ਬਾਹਲਾ ਨਾ ਕਹੋ। ਫਿਰ ਉਹਨਾਂ ਨੇ ਦੁੱਧ ਗਰਮ ਕਰਕੇ ਮਹਾਰਾਜ ਨੂੰ ਪਕੜਾਇਆ। ਕਵੀ ਸੰਤੋਖ ਸਿੰਘ ਜੀ ਕਹਿੰਦੇ ਬਾਬੇ ਨੇ ਦੁੱਧ ਛਕਿਆ ਤੇ ਪਲੰਘ ਤੇ ਜਾ ਕੇ ਸੋਹਣਿਆਂ ਦੇ ਸੁਲਤਾਨ ਜੀ ਆਰਾਮ ਕਰਨ ਲੱਗ ਗਏ। ਇਸ ਤਰ੍ਹਾਂ ਤਾਂ 30 ਦਿਨ ਲਗਭਗ ਫੇਰ ਰਹੇ ਮਹਾਰਾਜ ਇੱਥੇ। ਤਾਂ ਰਾਏ ਬਲਾਰ ਜਿਹੜੇ ਸੀਗੇ ਉਹਨਾਂ ਕੋਲ ਜਾਂਦੇ ਰਹੇ। ਬਸ ਉਹ ਆਪਦੀ ਢਲੀ ਹੋਈ ਜਿਹੜੀ ਚਮੜੀ ਢਲ ਗਈ ਆ ਹੁਣ ਬਿਲਕੁਲ। ਸਰੀਰ ਸਦਾ ਉਵੇਂ ਨਹੀਂ ਰਹਿੰਦੇ ਹੁੰਦੇ, ਆਪਾਂ ਸਾਰਿਆਂ ਨੂੰ ਪਤਾ। ਇਹਨਾਂ ਦਾ ਸਦਾ ਸਾਥ ਨਹੀਂ ਹੁੰਦਾ, ਇਹ ਵੀ ਪੁਰਾਣੇ ਹੁੰਦੇ ਆ। ਤਾਂ ਢਲੀ ਹੋਈ ਚਮੜੀ ਹੱਥ 'ਚ ਫੜ ਕੇ ਕਹਿਣਾ ਬਾਬੇ ਇਹ ਕੀ ਆ ਸਭ? ਇਹ ਉਹੀ ਸੀ, ਉਹੀ ਪੈਰ ਸੀ, ਉਹੀ ਲੱਤਾਂ ਸੀ ਜਿਹੜੀਆਂ ਖੇਡਦੀਆਂ ਸੀ, ਭੱਜਦੀਆਂ ਸੀ ਗਲੀਆਂ ਵਿੱਚ। ਉਹੀ ਹੱਥ ਸੀਗੇ ਜਿਹੜੇ ਹੁਕਮ ਕਰਦੇ ਸੀ, ਉਹੀ ਜ਼ੁਬਾਨ ਸੀ ਜਿਹੜੀ ਅੱਜ ਪੂਰਨ ਰੂਪ 'ਚ ਨਹੀਂ ਬੋਲ ਸਕਦੀ। ਮੈਂ ਇੱਕ ਹੁਕਮ ਕਰਦਾ ਸੀ, किसी के एक आंसू पर हजारों दिल तड़पते हैं, किसी का उम्र भर रोना यूं ही बेकार जाता है। इस तरह मैं एक हुक्म करदा सी, कई हाथ आके खड़े हो जाते सी। एक बचन करदा सी, राजे सन राय बलार जी, कहते सब की हो जाता, ये सारियां चीज़ां बूढ़ियां हो जांदियां समा पा के। तो गुरु नानक साहब कहते तुसीं नहीं बुढ़े होए, आत्मा कदे नहीं मरदी, जिस्म मर जाते। बहुत वड्डी गल आ। कौन मुआरे कौन मुआ, कोई नहीं मरिया। ब्रह्म ज्ञानी मिल करो विचारा, ये तो चलत पया, अगली किश खबर न पाई। इंसान जिहड़ा है उहदा शरीर मर सकदा, आत्मा नहीं कदे मरदी। वो होर राह लभदी है कर्मां अनुसार, होर चोड़ा लभदी है, शरीर मरदे है। ये ज्ञान राय बलार जी नूं करवाया उत्थे। राय बलार जी पूरे फिर राजे सीगे, भावें बहुत थोड़े ਇਹ ਹੁੰਦੇ ਆ ਵੀ ਅਮੀਰ ਬੰਦਾ ਬਹੁਤ ਥੋੜ੍ਹਾ ਮੁਕਤ ਹੁੰਦਾ, ਗਰੀਬ ਬੰਦੇ ਵਿੱਚ ਜ਼ਿਆਦਾ ਸ਼ਰਧਾ ਹੁੰਦੀ ਆ। ਗਰੀਬ ਭਗਤ ਵੀ ਜ਼ਿਆਦਾ ਹੋਏ ਆ। ਇੱਕ ਹੀ ਭਗਤ ਸਾਡੇ ਅਮੀਰ ਆ, ਭਗਤ ਪੀਪਾ ਜੀ, ਉਹ ਵੀ ਇੱਕ ਰਿਆਸਤ ਦੇ ਰਾਜੇ ਸੀਗੇ। ਬਾਕੀ 14 ਭਗਤ ਲਗਭਗ ਕਈ ਤਾਂ ਬਾਹਲੇ ਗਰੀਬ ਸੀਗੇ, ਕਈਆਂ ਦੇ ਘਰੇ ਤਾਂ ਲੂਣ ਵੀ ਨਹੀਂ ਸੀ ਹੁੰਦਾ। ਭਗਤ ਕਬੀਰ ਜੀ ਉਹਨਾਂ 'ਚੋਂ ਨੇ। ਇਸ ਤਰ੍ਹਾਂ ਭਗਤ ਫਰੀਦ ਜੀ ਵੀ ਕੋਈ ਜ਼ਿਆਦਾ ਅਮੀਰ ਨਹੀਂ ਸੀਗੇ। ਤੇ ਇਸ ਤਰ੍ਹਾਂ ਭਗਤ ਸਧਨਾ ਜੀ ਹੋਏ, ਸੈਣ ਜੀ ਹੋਏ, ਭਗਤ ਨਾਮਦੇਵ ਜੀ, ਇਹ ਭਗਤ ਰਵਿਦਾਸ ਜੀ ਕੋਈ ਬਹੁਤੇ ਅਮੀਰ ਨਹੀਂ ਸੀਗੇ। ਇਹਨਾਂ ਦਾ ਮਸਾਂ ਹੀ ਗੁਜ਼ਾਰਾ ਚੱਲਿਆ ਕਰਦਾ ਸੀ। ਇਹ ਜ਼ਿਆਦਾ ਭਗਤ ਹੋਏ ਆ। ਗਰੀਬ ਬੰਦੇ ਦੀ ਸੰਭਾਵਨਾ ਜ਼ਿਆਦਾ ਹੁੰਦੀ ਆ ਭਗਤ ਹੋਣ ਦੀ, ਅਮੀਰ ਬਹੁਤ ਘੱਟ ਹੁੰਦੇ ਆ। ਪਰ ਉਹ ਕਰਮਾਂ ਵਾਲੇ ਹੁੰਦੇ ਆ ਜਿਹੜੇ ਹੁੰਦੇ ਆ, ਇਹ ਨਹੀਂ ਕਿ ਅਮੀਰ ਭਗਤ ਨਹੀਂ ਹੁੰਦੇ। ਰਾਏ ਬਲਾਰ ਜੀ ਉਹਨਾਂ ਵਿੱਚੋਂ ਇੱਕ ਸੀਗੇ। ਰਾਜਾ ਹੋ ਕੇ ਵੀ, ਅਮੀਰ ਹੋ ਕੇ ਵੀ ਇੱਦਾਂ ਨਿਮਰਤਾ ਰੱਖਣੀ ਨਾ, ਇਹ ਬਹੁਤ ਵੱਡਾ ਗੁਣ ਆ।
ਜਿਹੜਾ ਰਾਏ ਬਲਾਰ ਜੀ ਨੂੰ ਮਿਲਿਆ ਕਿਵੇਂ? ਧੁਰੋਂ ਦਰਗਾਹੋਂ ਲਿਖਿਆ ਹੋਇਆ ਲੇਖ ਵਰਤਿਆ, ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਚਾਨਣ ਕਰਵਾਇਆ। ਤਾਂ ਇਹ ਅੱਜ ਦਾ ਹੁਕਮਨਾਮਾ ਜਿਹੜਾ ਉਹਦਾ ਕੇਂਦਰੀ ਭਾਵ ਇਹ ਆ ਕਿ ਚਾਤ੍ਰਿਕ ਚਿਤਵਤ ਬਰਸਤ ਮੇ। ਬੰਦਿਆ ਤੈਨੂੰ ਬਹੁਤ ਸ਼ੌਂਕ ਆ ਤਰ੍ਹਾਂ ਤਰ੍ਹਾਂ ਦੇ, ਕਿਸੇ ਨੂੰ ਖਾਣ ਦਾ ਹੋ ਸਕਦਾ, ਸਬਜ਼ੀਆਂ ਦਾਲਾਂ ਹੋਰ ਫੂਡ ਆ ਜਿਹੜਾ ਵੱਖ ਵੱਖ ਤਰ੍ਹਾਂ ਦਾ, ਕਈਆਂ ਨੂੰ ਕੱਪੜਿਆਂ ਦਾ ਸ਼ੌਂਕ ਆ, ਕਈਆਂ ਨੂੰ ਆ ਵੀ ਕਿ ਮੈਂ ਇੰਨੀਆਂ ਕਿਤਾਬਾਂ ਪੜ੍ਹਾਂ, ਕਿਤਾਬਾਂ ਦਾ ਸ਼ੌਂਕ ਆ, ਵੱਖ ਵੱਖ ਤਰ੍ਹਾਂ ਦੇ ਸ਼ੌਂਕ ਆ। ਉਹਨਾਂ ਸ਼ੌਂਕ ਦੇ ਵਿੱਚੋਂ ਹੇ ਵਾਹਿਗੁਰੂ ਪਰਮੇਸ਼ਰ ਕਿਰਪਾ ਸਿੰਧ ਕਰਨਾ ਪ੍ਰਭ ਧਾਰੂ, ਤੂੰ ਮੈਨੂੰ ਕਿਰਪਾ ਕਰ ਹਰ ਪ੍ਰੇਮ ਭਗਤ ਕੋ ਨੇ। ਮੈਨੂੰ ਇੱਕ ਸ਼ੌਂਕ ਇਹ ਵੀ ਦੇ ਕਿ ਮੈਂ ਤੇਰੇ ਨਾਮ ਨਾਲ ਪ੍ਰੇਮ ਕਰਾਂ, ਬਸ ਇਹ ਸ਼ੌਂਕ ਮੈਨੂੰ ਦੇ। ਇਹ ਹੁਕਮਨਾਮੇ ਦਾ ਜਿਹੜਾ ਕੇਂਦਰੀ ਭਾਵ ਇਹ ਆ। ਉਹਦੇ ਵਿੱਚ ਪੰਛੀਆਂ ਦੀਆਂ ਉਦਾਹਰਨਾਂ, ਨਿੱਕੇ ਨਿੱਕੇ ਪੰਛੀ ਆ, ਚਾਤ੍ਰਿਕਾ ਪਪੀਹਾ ਪੰਛੀ ਆ, ਉਹ ਮੀਂਹ ਹੀ ਮੰਗੀ ਜਾਂਦਾ ਵਾਰ-ਵਾਰ, ਉਹਦੀ ਪ੍ਰੀਤ ਦੀ ਵਰਖਾ ਨਾਲ ਆ, ਉਹਦਾ ਬਹੁਤ ਪ੍ਰੇਮ ਆ ਵੀ ਉਹ ਕਹਿੰਦਾ ਮੀਂਹ ਪੈਂਦਾ ਰਵੇ, ਉਹ ਮੀਂਹ ਮੰਗਦਾ। ਚੱਕਵੀ ਆ, ਚੱਕਵਾ ਹੈ ਪੰਛੀ ਹੈ, ਇਹਦੀ ਸੂਰਜ ਨਾਲ ਪ੍ਰੀਤ ਆ, ਅਨਕ ਸੂਖ ਜਗ ਵੀ ਨਹੀਂ ਚਾਹਤ, ਉਹਨੂੰ ਕੁਝ ਨਹੀਂ ਚਾਹੀਦਾ ਹੋਰ, ਉਹ ਕਹਿੰਦਾ ਬਸ ਸੂਰਜ ਹੀ ਮੇਰੀਆਂ ਅੱਖਾਂ ਸਾਹਮਣੇ ਰਵੇ। ਚੱਕਵਾ ਚੱਕਵੀ ਜਿਹੜੇ ਆ ਉਹ ਇਹ ਕਹਿੰਦੇ ਆ। ਆਨ ਪਾਵਨਾ ਜੀਵਤ ਮੀਨਾ ਬਿਨ ਜਲ ਮਰਨਾ, ਤੇ ਮੱਛੀ ਦੀ ਪਹਿਲੀ ਡਿਮਾਂਡ ਪਾਣੀ ਆ, ਬਾਕੀ ਦੂਜੀਆਂ ਚੀਜ਼ਾਂ ਨੇ। ਉਹ ਕਹਿੰਦੀ ਪਾਣੀ ਮੈਨੂੰ ਮਿਲਦਾ ਰਵੇ। ਇਸ ਤਰ੍ਹਾਂ ਮੋਰ ਆ ਜਿਹੜਾ, ਮੋਰ ਕਹਿੰਦਾ ਕਿ ਬੱਦਲ ਗਰਜਦੇ ਰਹਿਣ, ਮੈਂ ਨੱਚਦਾ ਰਵਾਂ, ਖੁਸ਼ ਰਵਾਂ। ਇਹ ਸਾਰੀਆਂ ਚੀਜ਼ਾਂ ਨੇ, ਇਹ ਉਹਨਾਂ ਦੇ ਸ਼ੌਂਕ ਆ। ਤਾਂ ਗੁਰੂ ਸਾਹਿਬ ਜੀ ਕਿਰਪਾ ਕਰੋ, ਮੈਨੂੰ ਵੀ ਬੰਦਗੀ ਦਾ ਸ਼ੌਂਕ ਦਿਓ। ਇਸ ਤਰ੍ਹਾਂ ਭਾਈ ਆਨੰਦ ਲਾਲ ਜੀ ਕਹਿੰਦੇ ਆ, ਹੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਹੁਤ ਸ਼ੌਂਕ ਆ ਲੋਕਾਂ ਦੇ, ਪਰ ਉਹਨਾਂ ਸ਼ੌਂਕਾਂ ਦੇ ਵਿੱਚੋਂ ਮੈਨੂੰ ਇੱਕ ਸ਼ੌਂਕ ਦੇ। ਉਹ ਸ਼ੌਂਕ ਕਿਹੜਾ ਹੈ ਕਿ ਮੈਨੂੰ ਤੇਰੀ ਕਦੇ ਯਾਦ ਨਾ ਭੁੱਲੇ। ਮੇਰੇ ਜਿੰਨੇ ਸਰੀਰ 'ਤੇ ਰੋਮ ਆ, ਵਾਲ ਆ, ਉਹਨਾਂ ਸਾਰਿਆਂ ਨੂੰ ਜੀਭ ਲਾ ਦੇ, ਸਾਰਿਆਂ ਨੂੰ ਜੀਭ ਲਾ ਦੇ। ਮੈਂ ਉਹ ਸਾਰੀਆਂ ਜੀਭਾਂ ਨਾਲ ਕਹਿਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਵਾਹਿਗੁਰੂ। ਜਦੋਂ ਬੰਦਿਆ ਤੈਨੂੰ ਰੱਬ ਦੀ ਯਾਦ ਪ੍ਰਾਪਤ ਹੋ ਗਈ, ਸਮਝ ਲਈ ਤੇਰੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਗਿਆ। ਇਹ ਛੋਟੀ ਗੱਲ ਨਹੀਂ ਕਹੀ ਭਾਈ ਆਨੰਦ ਲਾਲ ਜੀ ਨੇ। ਜੇ ਬੰਦੇ ਤੈਨੂੰ ਰੱਬ ਦੀ ਯਾਦ ਪ੍ਰਾਪਤ ਹੋ ਜੇ, ਸਮਝ ਲਵੀਂ, ਉਦੋਂ ਸਮਝੀ, ਹਜੇ ਨਹੀਂ, ਕਿ ਤੇਰੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਗਿਆ। ਇਹ ਤੇਰਾ ਘਰ ਬਣ ਗਿਆ, ਇਹ ਤੇਰੇ ਧੀ ਪੁੱਤ ਵਿਆਹੇ ਗਏ, ਸਭ ਕੁਝ ਹੋ ਗਿਆ, ਪਰ ਤੈਨੂੰ ਰੱਬ ਦੀ ਯਾਦ ਨਾ ਮਿਲੀ ਤਾਂ ਤੇਰੀਆਂ ਮੁਸ਼ਕਿਲਾਂ ਦਾ ਹੱਲ ਨਹੀਂ ਹੋਇਆ, ਉਹ ਬਸ ਹਾਲਾਤ ਠੀਕ ਹੋਏ ਆ। ਇਹ ਬਹੁਤ ਉੱਚੀ ਗੱਲ ਉਹਨਾਂ ਕਹੀ ਆਨੰਦ ਲਾਲ ਜੀ ਨੇ ਕਿ ਜਦੋਂ ਇਹ ਚੀਜ਼ ਹੋ ਗਈ ਉਦੋਂ ਕਹੀ ਸਭ ਠੀਕ ਆ। ਹੁਣ ਵੈਸੇ ਆਪਾਂ ਹਾਲ ਚਾਲ ਪੁੱਛਦੇ ਹਾਂ ਕਿ ਹਾਲ ਕੀ ਆ, ਉਹ ਲਗਭਗ ਇੱਕ ਤਰ੍ਹਾਂ ਦਾ ਹਜੇ ਠੀਕ ਨਹੀਂ ਅਸੀਂ ਕਹਿੰਦੇ ਹੈਗੇ। ਚਲੋ ਵੈਸੇ ਉਹ ਤਾਂ ਆਪਾਂ ਕਹਿੰਦੇ ਵੀ ਵਧੀਆ ਹਾਲ ਆ, ਪਰ ਬੰਦਗੀ ਬਿਨਾਂ ਬੰਦੇ ਦਾ ਕਾਹਦਾ ਹਾਲ ਆ, ਇਹ ਸੱਚ ਆ। ਤਾਂ ਇਹਦੇ ਵੱਲ ਥੋੜ੍ਹਾ ਜਿਹਾ ਆਪਾਂ ਧਿਆਨ ਦੇਈਏ। ਬੈਠੇ ਹੁੰਦੇ ਆ ਘਰਾਂ ਵਿੱਚ ਤਾਂ ਉਹਦੀ ਯਾਦ ਜ਼ਰੂਰੀ ਹੁੰਦੀ ਹੈ। ਕੋਈ ਵੀ ਕੰਮ ਕਰਦੇ ਆ ਉਹਦੇ ਵਿੱਚ ਉਹਦੀ ਹੋਂਦ ਨੂੰ ਮਹਿਸੂਸ ਕਰਨਾ ਬਹੁਤ ਜ਼ਰੂਰੀ ਆ। ਕੋਈ ਵੀ ਕੰਮ, ਆਟਾ ਗੁੰਨਣਾ, ਭਾਂਡੇ ਮਾਂਜਣੇ ਆ, ਚਾਹੇ ਕਿਤਾਬ ਪੜ੍ਹਨੀ ਆ, ਚਾਹੇ ਸੈਰ ਕਰਨੀ ਆ, ਚਾਹੇ ਕਿਤੇ ਵੀ ਆਪਾਂ ਜਾਣਾ ਜਾਂ ਦੁਕਾਨ ਚਲਾਉਣੀ ਆ, ਕੋਈ ਵੀ ਵਰਕ ਆ, ਉਹਦੇ ਵਿੱਚ ਹਾਥ ਪਾਓ ਕਰ ਕਾਮ ਸਭ ਜੀਤ ਨਿਰੰਜਨ ਨਾਲ। ਇਹ ਅਵਸਥਾ ਬਹੁਤ ਉੱਚੀ ਹੈ ਕਿ ਹੱਥਾਂ ਨਾਲ ਮੈਂ ਕੰਮ ਕਰ ਰਿਹਾ ਅਤੇ ਚਿੱਤ ਮੇਰਾ ਉਹਦੀ ਯਾਦ ਵਿੱਚ ਆ। ਇਹ ਬਹੁਤ, ਇਹ ਪਹਿਲਾਂ ਗੁਰਮੁਖ ਰੋਮ ਰੋਮ ਹਰਿ ਧਿਆਵੈ। ਇਹ ਇੱਕ ਜੀਵ ਨੂੰ ਕਰੋੜਾਂ ਜੀਭਾਂ ਬਣਾ ਕੇ ਪਹਿਲਾਂ ਜਪਿਆ ਜਾਂਦਾ, ਫਿਰ ਉਹ ਅੰਦਰ ਜਾ ਕੇ ਵੱਸਦਾ। ਫਿਰ ਜਿਵੇਂ ਬੱਚੇ ਪਤੰਗ ਚੜ੍ਹਾਉਂਦੇ, ਭਾਈ ਗੁਰਦਾਸ ਜੀ ਬਹੁਤ ਸੋਹਣਾ ਕਹਿੰਦੇ ਆ, ਕਹਿੰਦੇ ਪਤੰਗ ਚੜ੍ਹਾਉਂਦੇ ਆ, ਗੱਲਾਂ ਵੀ ਕਰੀ ਜਾਂਦੇ ਆ। ਆਪਾਂ ਸਾਈਕਲ ਚਲਾਉਂਦੇ ਆ, ਪਹਿਲਾਂ ਸਾਈਕਲ ਬੱਚਾ ਸਿੱਖਦਾ, ਪੂਰਾ ਹੈਂਡਲ ਕੱਸ ਕੇ ਫੜਦਾ, ਪਰ ਜੋ ਸਿੱਖ ਜਾਂਦਾ ਗੱਲਾਂ ਵੀ ਕਰੀ ਜਾਂਦਾ, ਸਾਈਕਲ ਵੀ ਚਲਾਈ ਜਾਂਦਾ। ਉਹ ਜਿਹੜੀਆਂ ਰਾਜਸਥਾਨ 'ਚ ਬੀਬੀਆਂ ਨੇ, ਉਹ ਇੱਕ ਘੜੇ 'ਤੇ ਦੂਜਾ ਘੜਾ, ਤੀਜਾ, ਚੌਥਾ, ਪੰਜਵਾਂ, ਬਹੁਤ ਘੜੇ ਚੁੱਕ ਲੈਂਦੀਆਂ। ਇਸ ਤਰ੍ਹਾਂ ਦੀਆਂ ਉਹਨਾਂ ਦਾ ਅਭਿਆਸ ਹੋ ਗਿਆ ਅਤੇ ਹੁਣ ਗੱਲਾਂ ਵੀ ਕਰੀ ਜਾਂਦੀਆਂ ਅਤੇ ਪਾਣੀ ਵੀ ਲਿਆਈ ਜਾਂਦੀਆਂ। ਭਗਤ ਸੰਸਾਰ 'ਚ ਵੀ ਰਹੀ ਜਾਂਦਾ, ਰਹਿ ਕੇ ਵੀ ਨਹੀਂ ਰਹਿੰਦਾ, ਬਸ ਉਹਦਾ ਚਿੱਤ ਉੱਥੇ ਆ। ਇਹ ਅਵਸਥਾ ਬਹੁਤ ਉੱਚੀ ਆ। ਇਹ ਇੱਕ ਤੂੰ ਜੀਵੋਂ ਲੱਖ ਹੋਏ, ਲੱਖ ਹੋਵੇ ਲੱਖ ਵੀਸ। ਉਹਨਾਂ ਨੇ ਇੱਕ ਜੀਵ ਨੂੰ ਪਹਿਲਾਂ ਕਰੋੜ ਜੀਵ ਬਣਾਈ ਆ,
ਕਰੋੜ ਦਾ ਮਤਲਬ ਇੱਕ ਨੂੰ, ਇੱਕ ਜੀਵ ਦੁਆਰਾ ਕਰੋੜਾਂ ਵਾਰ ਵਾਹਿਗੁਰੂ ਕਿਹਾ, ਤੋ ਫਿਰ ਇੱਕ ਅੱਧੀ ਵਾਰੀ ਕਿਹਾ ਜਾਂਦਾ ਹੈ। ਇਹ ਕਰੋੜਾਂ ਵਾਰ ਆਪਾਂ ਕਹਿੰਦੇ ਹਾਂ, ਫਿਰ ਇੱਕ ਵਾਰੀ ਸਹੀ ਤਰੀਕੇ ਨਾਲ ਕਹਿਣਾ ਹੁੰਦਾ। ਮਹਾਰਾਜ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸੇ, ਸ਼ਬਦਾਂ ਦੀ ਕਮਾਈ ਕਰਕੇ ਸੋਹਣੇ ਬਣ ਜਾਈਏ। ਰਾਏ ਬਲਾਰ ਦੀ ਸ਼ਾਨ ਬਹੁਤ ਉੱਚੀ ਹੈ, ਬੋਲਦਿਆਂ ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ ਹਨ। ਗੁਰੂ ਮਹਾਰਾਜ ਕਿਰਪਾ ਕਰਨ। ਜੇ ਰੱਬ ਨੇ ਅਮੀਰੀ ਬਖਸ਼ੀ ਹੈ ਤਾਂ ਉਹਦੇ ਵਿੱਚ ਨਿਮਰਤਾ ਆਵੇ। ਆਓ ਹੁਣ ਪਿਆਰ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰੀਏ ਜੀ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ, ਤੂੰ ਪਹਿਰਦਾਸ।